ਕਹਿ ਸਕਦੇ ਆ ਕਿ ਸਰਕਾਰ ਝੁਕੀ ਹੈ, ਕਿਸਾਨਾਂ ਦੀ ਇੱਕ ਜਿੱਤ ਹੋਈ ਹੈ। ਜੇ ਸਵਾਮੀਨਾਥਨ ਰਿਪੋਰਟ ਦੀ ਜੇ ਗੱਲ ਕਰੀਏ ਨਾ ਆਪਾਂ, ਉਹਦਾ ਤਾਂ ਕੋਈ ਤੋਕ ਹੀ ਨਹੀਂ ਵਿੱਚ ਰੱਖੀ ਗਈ। ਇਹਨਾਂ ਦਾ ਸਿੱਧਾ ਹੀ ਕਾਰਪੋਰੇਟ ਘਰਾਣੇ ਤੇ ਅਫਸਰਸ਼ਾਹੀ ਨੇ ਇਹ ਬਿੱਲ ਬਣਾਏ ਆ। ਅਸੀਂ ਕਿਉਂ ਮੰਗ ਕਰਦੇ ਹਾਂ ਵੀ ਐਮਐਸਪੀ ਲੀਗਲਾਈਜ਼ ਕਰੋ, ਇਸ ਕਰਕੇ ਵੀ ਐਫਸੀਆਈ ਨੂੰ ਤਾਂ ਬਾਜ਼ਾਰ ਚੋਂ ਬਾਹਰ ਕਰੀ ਜਾ ਰਹੇ ਆ। ਖਤਰਨਾਕ 5 ਬਿੱਲ ਨੇ ਖਤਰਨਾਕ, ਉਹਦੇ ਚ 2 ਜਿਹੜੇ ਵਾਪਸ ਲੈ ਗਏ ਨੇ। ਜਿਵੇਂ ਡੀਜ਼ਲ ਔਰ ਪੈਟਰੋਲ ਦੇ ਰੇਟ ਦਿਨ ਤੋਂ ਦਿਨ ਵੱਧਦੇ ਆ, ਇਸੇ ਤਰ੍ਹਾਂ ਹੀ ਆਟਾ ਔਰ ਜਿਹੜੇ ਆਪਣਾ ਚੌਲ ਆ ਜਾਂ ਬਾਸਪਤੀ ਚੌਲ ਆ, ਇਹਨਾਂ ਦੇ ਭਾਅ ਵੀ ਐਵੇਂ ਹੀ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਵਧਾਇਆ ਘਟਾਇਆ ਕਰਨਗੇ। ਟੀਵੀ ਐਨਆਰਆਈ ਦੇ ਨਾਲ ਤੇ ਮੈਂ ਹਾਂ ਇੰਦਰਜੀਤ ਸਿੰਘ ਚਾਲ। ਅੱਜ ਲਗਾਤਾਰ ਤੁਹਾਨੂੰ ਕਵਰੇਜ ਦਿਖਾ ਰਹੇ ਹਾਂ। 36 ਦਿਨ ਹੋ ਚੁੱਕੇ ਨੇ, 2020 ਦਾ ਅੱਜ ਆਖਰੀ ਦਿਨ ਹੈ। ਕੱਲ ਉਮੀਦਾਂ ਕੁਝ ਜਾਗੀਆਂ ਨੇ ਕਿਸਾਨਾਂ ਦੀਆਂ ਕਿ ਮਸਲੇ ਹੱਲ ਹੋ ਸਕਦੇ ਨੇ। 3 ਆਗੂ ਸਾਡੇ ਨਾਲ ਕਿਸਾਨ ਆਗੂ ਜੁੜੇ ਹੋਏ ਨੇ, ਬਹੁਤ ਅਹਿਮ ਆਗੂ ਨੇ। ਫੈਸਲਿਆਂ ਦੇ ਵਿੱਚ ਇਹਨਾਂ ਦੀ ਮਹੱਤਵਪੂਰਨ ਜਿਹੜੀ ਭੂਮਿਕਾ ਰਹਿੰਦੀ ਹੈ। ਸਰਦਾਰ ਲਖਵੀਰ ਸਿੰਘ ਨੇ, ਇੱਧਰ ਸਰਦਾਰ ਹੋਣੀ ਨੇ, ਹਾਂ ਸਰਦਾਰ ਗੁਰਮੀਤ ਸਿੰਘ ਹੋਣੀ ਨੇ, ਇੱਕ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ। ਪਹਿਲਾਂ ਇਹਨਾਂ ਨਾਲ ਗੱਲ ਕਰਦੇ ਹਾਂ। ਗੁਰਮੀਤ ਸਿੰਘ ਜੀ, ਕੱਲ ਉਮੀਦਾਂ ਕੁਝ ਪੂਰੀਆਂ ਹੋਈਆਂ ਲੱਗੀਆਂ, ਕੱਲ ਆਖਰੀ ਦਿਨ ਅੱਜ ਹੈ। ਕੱਲ ਇੱਕ ਦਿਨ ਪਹਿਲਾਂ ਲੱਗਿਆ ਕਿ ਕੁਝ ਹੁਣ ਉਮੀਦਾਂ ਜਾਗੀਆਂ ਨੇ, ਕਿਉਂਕਿ ਸਰਕਾਰ ਆਖਰ ਝੁਕੀ ਹੈਗੀ ਆ। ਉਹਨਾਂ ਨੇ ਝੁਕੀ ਜਿੰਨੀ ਕਿਸਾਨ ਝੁਕਾਉਣਾ ਚਾਹੁੰਦੇ ਆ, ਪਰ ਕੁਝ ਝੁਕੀ ਜ਼ਰੂਰ ਆ। ਦੇਖੋ ਜੀ, ਜਿਹੜਾ ਪੰਜਾਬ 'ਚ ਅੰਦੋਲਨ ਸ਼ੁਰੂ ਹੋਇਆ ਸੀ 5 ਜੂਨ ਤੋਂ, ਕਿਸਾਨਾਂ ਜਦੋਂ ਇਹ ਬਿੱਲ ਆਰਡੀਨੈਂਸ ਆਇਆ ਸੀ ਔਰ 14 ਸਤੰਬਰ ਨੂੰ ਬਿੱਲ ਬਣੇ ਨੇ, ਉਸ ਤੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਅੰਦੋਲਨ ਸ਼ੁਰੂ ਹੋ ਗਿਆ ਸੀ। ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਲੜ ਰਹੀਆਂ ਸੀ ਔਰ ਉਹਦੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੀਤਾ ਗਿਆ, ਮੋਟਰਸਾਈਕਲ ਮਾਰਚ ਕੀਤਾ ਗਿਆ ਔਰ ਵੱਡੀ ਪੱਧਰ ਤੇ ਅੰਦੋਲਨ ਭਖਿਆ, ਰੇਲਾਂ ਜਾਮ ਕੀਤੀਆਂ ਗਈਆਂ। ਤਾਂ ਸਰਕਾਰ ਨੇ ਜਿਹੜਾ ਮੰਨੀ ਨਹੀਂ ਔਰ 13 ਤਰੀਕ ਦੀ ਮੀਟਿੰਗ ਦਿੱਤੀ, ਉਹਦੇ 'ਚ ਵੀ ਜਿਹੜਾ ਆਪ ਮੰਤਰੀ ਕੋਈ ਨਹੀਂ ਆਇਆ। ਜਿਹੜੀ ਸਾਡੀ ਮੰਗ ਸੀ ਕਿ ਕੋਈ ਮੰਤਰੀ ਆ ਕੇ ਮੀਟਿੰਗ ਕਰੇ, ਤਾਂ ਮੀਟਿੰਗ 'ਚੋਂ ਬਾਹਰ ਆਇਆ ਗਿਆ, ਵਾਕਆਊਟ ਕੀਤਾ ਗਿਆ। ਉਸ ਤੋਂ ਬਾਅਦ ਜਦੋਂ ਇੱਥੇ ਜਾਮ ਲੱਗ ਗਿਆ ਆ ਕੇ, ਉਸ ਤੋਂ ਬਾਅਦ ਫਿਰ ਮਹੀਨੇ ਬਾਅਦ ਮੀਟਿੰਗ ਹੁੰਦੀ ਹੈ। ਉਹਦੇ ਵਿੱਚ ਵੀ ਬੇਸਿੱਟਾ ਰਹਿੰਦੀ ਹੈ ਮੀਟਿੰਗ, 7 ਘੰਟੇ ਚੱਲਦੀ ਹੈ। ਤਾਂ ਦਲੀਲਬਾਜ਼ੀ ਉੱਧਰੋਂ ਉੱਧਰ ਸਰਕਾਰ ਵੱਲੋਂ ਵੀ ਦਲੀਲਬਾਜ਼ੀ ਆਉਂਦੀ ਔਰ ਸਾਡੇ ਕਿਸਾਨ ਜਥੇਬੰਦੀਆਂ ਵੱਲੋਂ ਦਲੀਲਬਾਜ਼ੀ ਚੱਲਦੀ, ਪੁਆਇੰਟ ਉਠਾਏ ਜਾਂਦੇ ਨੇ, ਦਿੱਤੇ ਜਾਂਦੇ ਨੇ, ਲਿਖਤੀ ਵੀ ਦਿੱਤਾ ਸੀ। ਤਾਂ 3 ਦੌਰ ਦੀ ਮੀਟਿੰਗਾਂ ਚੱਲਦੀਆਂ ਨੇ। 5ਵੇਂ ਦੌਰ ਦੀ ਮੀਟਿੰਗ ਜਿਹੜੀ ਆਈ, ਉਹਦੇ 'ਚ ਫਿਰ ਕਾਫੀ ਤਣਾਤਣੀ ਆਈ, ਜਿਹਦੇ 'ਚ ਕਿਸਾਨ ਆਗੂਆਂ ਨੇ 2 ਘੰਟੇ ਦਾ ਮੌਨ ਧਾਰਿਆ ਅੰਦਰ। ਉਸ ਤੋਂ ਬਾਅਦ ਲਾਸਟ ਜਿਹੜਾ ਸਰਕਾਰ ਵੀ ਵਾਕਆਊਟ ਕਰਕੇ ਜਿਹੜੇ ਮੰਤਰੀ ਉਹ ਪਿੱਛੇ ਗਏ, ਸਲਾਹ ਕਰਨ ਗਏ, ਮਸ਼ਵਰਾ ਕਰਨ ਗਏ। ਉਹ ਕਿਸਾਨ ਆਗੂ ਬੇਨਤੀ ਕਰ ਰਹੇ ਸੀ ਕਿ ਆਪ ਬੋਲੋ ਕੁਛ। ਤਾਂ ਸਾਡਾ ਇਹ ਸੀ ਵੀ ਤੁਸੀਂ ਜੋ ਬੋਲਣਾ ਬੋਲੋ, ਸਾਡਾ ਇਹ ਵੀ ਇਹਨੂੰ ਰੱਦ ਕਰੋ ਬਿੱਲਾਂ ਨੂੰ, ਜੋ 5 ਬਿੱਲ ਨੇ, ਜੋ ਸਾਡੀਆਂ ਮੰਗਾਂ ਨੇ ਮੰਨੋ। ਤਾਂ ਉਹ ਕਹਿੰਦੇ ਨਹੀਂ, ਅਸੀਂ ਅਜੇ ਟਾਈਮ ਦਿਓ, ਸਮਾਂ ਦਿਓ। ਤਾਂ ਉਸ ਮੀਟਿੰਗ ਦੇ ਵਿੱਚ ਲਾਸਟ ਦੇ ਵਿੱਚ ਇਹ ਆ ਗਿਆ ਸੀ ਕਿ ਹਾਂ ਕਰੋ ਜਾਂ ਨਾ ਕਰੋ। ਤਾਂ ਉਹਦੇ 'ਚ ਸਰਕਾਰ ਨੇ ਫਿਰ ਸਮਾਂ ਲੈ ਲਿਆ ਸੀ ਵੀ ਇਹਨੂੰ ਸਮਾਂ ਸਾਨੂੰ ਦਿਓ ਤੇ ਮੀਟਿੰਗ ਆਪਾਂ ਕਰਦੇ ਆ। 9 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਗ੍ਰਹਿ ਮੰਤਰੀ ਨੇ ਜਿਹੜੇ ਹੈਗੇ ਨੇ ਅਮਿਤ ਸ਼ਾਹ, ਉਹਨਾਂ ਨੇ ਗੈਰ ਰਸਮੀ ਮੀਟਿੰਗ ਸੱਦਿਆ ਸੀ ਕਿ ਕਿਸਾਨ ਆਗੂ ਜਿਹੜਾ ਸਾਨੂੰ ਆ ਕੇ ਮਿਲੋ, ਇੱਕ ਵਾਰ ਮੇਰੇ ਨਾਲ ਗੱਲਬਾਤ ਕਰੋ। ਤਾਂ ਉਹਦੇ 'ਚ ਅਸੀਂ ਜਿਹੜੀਆਂ ਸੰਯੁਕਤ ਮੋਰਚੇ ਵੱਲੋਂ, ਜਥੇਬੰਦੀਆਂ ਵੱਲੋਂ 13 ਨੁਮਾਇੰਦੇ ਭੇਜੇ ਸੀ ਤੈਅ ਕਰਕੇ ਵੀ ਗੱਲਬਾਤ ਕਰਨਗੇ। ਗੱਲਬਾਤ ਸੁਣੀ ਤਾਂ ਉਹਦੇ 'ਚ ਵੀ ਅਮਿਤ ਸ਼ਾਹ ਦਾ ਇਹੀ ਸੀ ਵੀ ਇਹ ਤਾਂ ਹੁਣ ਸਰਕਾਰ ਨੇ ਜੋ ਬਿੱਲ ਬਣਾ ਤੇ ਕਿਸਾਨਾਂ ਦੇ ਪੱਖ ਵਿੱਚ ਨੇ, ਤਾਂ ਇਹ ਰੱਦ ਨਹੀਂ ਹੋਣੇ, ਕਿਉਂਕਿ ਕਿਸਾਨਾਂ ਦੀ ਆਮਦਨ ਅਸੀਂ ਦੁੱਗਣੀ ਕਰਨੀ ਹੈ, ਕਿਸਾਨਾਂ ਦਾ ਵਿਕਾਸ ਕਰਨਾ ਹੈ, ਤਰੱਕੀ ਕਰਨੀ ਹੈ। ਦੇਸ਼ ਦੀ ਤਰੱਕੀ ਤਾਂ ਹੋਏਗੀ, ਕਿਸਾਨਾਂ ਦੀ ਤਰੱਕੀ ਹੋਏਗੀ। ਤਾਂ ਇਹੋ ਜਿਹੀ ਲੈ ਕੇ ਆਏ ਸੀ ਗੱਲਬਾਤ। ਤਾਂ ਉਹ ਗੱਲਬਾਤ ਵੀ ਬੇਸਿੱਟਾ ਰਹੀ ਔਰ ਅਗਲੀ 9 ਤਰੀਕ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਵੀ ਗੱਲਬਾਤ ਟੁੱਟ ਗਈ। ਤਾਂ ਇਹ ਦੁਬਾਰਾ ਜਿਹੜੀ 20 ਤਰੀਕ ਨੂੰ ਚਿੱਠੀ ਆਈ ਏ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਵੱਲੋਂ, ਉਹਦੇ 'ਚ ਉਹਨਾਂ ਮੰਗ ਕੀਤੀ ਸੀ ਵੀ ਅਸੀਂ ਜਿਹੜੀ ਕਰਨਾ ਸੀ ਚਲੋ ਕੀਤਾ ਹੈ, ਪਰ ਹੁਣ ਤੁਸੀਂ ਦੱਸੋ ਵੀ ਕੀ ਏਜੰਡੇ ਹੋਣ, ਸਮਾਂ ਦੱਸੋ, ਤਰੀਕ ਦੱਸੋ ਵੀ ਮੀਟਿੰਗ ਆਪਾਂ ਕਰੀਏ ਦੁਬਾਰਾ। ਤੋਂ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ 'ਚ ਕਿਸਾਨ ਜਥੇਬੰਦੀਆਂ ਜਿਹੜੇ ਅਸੀਂ ਏਜੰਡੇ ਭੇਜੇ ਸੀ ਉਹਦੇ ਤੇ ਹੋਈ ਹੈ। ਜਿਹੜਾ ਉਹਨਾਂ ਦਾ ਸੌਦਾ ਸੀ ਵੀ ਸੌਦਾ ਕਰਦੇ ਆ, ਉਹ ਅਸੀਂ ਰੱਦ ਕਰਤਾ ਸੀ। ਵੀ ਜਿਹੜੀ ਪਿੱਛੇ ਪ੍ਰਪੋਜ਼ਲ ਭੇਜੀ ਸੀ ਉਹ ਵੀ ਰੱਦ ਕਰਤੀ ਸੀ ਵੀ ਜਦੋਂ ਇਹਨੂੰ ਰੱਦ ਕਰਨ ਦੀ ਪ੍ਰਪੋਜ਼ਲ ਲੈ ਕੇ ਆਓਗੇ ਤਾਂ ਅਸੀਂ ਮੀਟਿੰਗ 'ਚ ਆਵਾਂਗੇ। ਤਾਂ ਉਹ ਜਿਹੜੇ ਕੱਲ ਦੀਆਂ ਪਰਸੋਂ ਚਿੱਠੀ ਭੇਜੀ ਗਈ ਕਿਸਾਨ ਜਥੇਬੰਦੀਆਂ ਵੱਲੋਂ, ਜਿਹਦੇ 'ਚ ਲਿਖ ਕੇ ਭੇਜਿਆ ਸੀ ਕਿ ਇਹਨਾਂ ਬਿੱਲਾਂ ਨੂੰ ਰਿਪੀਲ ਕਰਨ ਦੀ ਪ੍ਰਕਿਰਿਆ ਤੇ ਗੱਲਬਾਤ ਹੋਏਗੀ, ਹੋਰ ਕਿਸੇ ਤੇ ਪੁਆਇੰਟ ਤੇ ਗੱਲਬਾਤ ਨਹੀਂ ਹੋਏਗੀ। ਤਾਂ ਜਦੋਂ ਕੱਲ ਮੀਟਿੰਗ ਸ਼ੁਰੂ ਹੋਈ ਤੇ ਉਦੋਂ ਨਰਿੰਦਰ ਤੋਮਰ ਦਾ ਜਿਹੜਾ ਸੀ ਵੀ ਆਪਾਂ ਇੱਕ ਪੁਆਇੰਟ ਆਵਾਜ਼ ਗੱਲਬਾਤ ਸ਼ੁਰੂ ਕਰੀਏ। ਤਾਂ ਉਦੋਂ ਜਿਹੜੇ ਆਪਣੇ 5 ਸਪੋਕਸਮੈਨ ਸੀ ਜਥੇਬੰਦੀਆਂ, ਜਿਹਦੇ
ਉਹਦੇ 'ਚ ਇੱਕ ਰਾਜੇਵਾਲ ਨੇ, ਡਾਕਟਰ ਦਰਸ਼ਨਪਾਲ ਜੀ ਨੇ, ਡੱਲੇਵਾਲ ਨੇ, ਕੁਲਵੰਤ ਸੰਧੂ, ਇੱਕ ਰਜਿੰਦਰ ਸਿੰਘ, ਕਿੱਤੀ ਕਿਸਾਨ ਹੁੰਦੇ। ਇੱਕ ਭਾਜੀ ਹੋਰ ਗੱਲ ਦੱਸੋ, ਜਦੋਂ ਟੇਬਲ ਤੇ ਬੈਠਦੇ ਆ ਕਿਸਾਨ ਤੇ ਮੰਤਰੀ ਆਮੋ ਸਾਹਮਣੇ, ਸਾਰੇ ਕਿਸਾਨ ਆਗੂ ਆਪਣੇ ਵਿਚਾਰ ਰੱਖਦੇ ਜਾਂ ਤੁਸੀਂ ਜਿਹੜੇ 5 ਨਾਮ ਲੈ ਇਹੋ ਹੀ ਆਪਣੇ ਵਿਚਾਰ ਰੱਖਦੇ ਆ? ਦੇਖੋ ਜੀ, ਪਿਛਲੀਆਂ ਮੀਟਿੰਗਾਂ ਦੇ ਵਿੱਚ ਪਹਿਲਾਂ ਕੁਝ ਲਿਖਤੀ ਵੀ ਲੈ ਕੇ ਗਏ। ਇੱਕ ਮੀਟਿੰਗ 'ਚ ਪਹਿਲੀ 'ਚ ਅਸੀਂ 3 ਨੁਮਾਇੰਦੇ ਸੀ, ਦੂਜੀ 'ਚ 5 ਸੀ, ਉਦੋਂ ਬਾਅਦ 7 ਹੋ ਗਏ। ਇਸ ਮੀਟਿੰਗ ਵਿੱਚ ਜਿਹੜੀ ਨਰਿੰਦਰ ਤੋਮਰ ਨਾਲ ਸੀ, ਅਮਿਤ ਸ਼ਾਹ ਨਾਲ ਸੀ, ਉਹਦੇ 'ਚ ਵੀ 5 ਸੀ। 13 ਨੁਮਾਇੰਦੇ ਗਏ ਸੀ, ਸਪੋਕਸਮੈਨ 5 ਸੀ। ਕੱਲ ਵਾਲੀ ਮੀਟਿੰਗ ਦੇ ਵਿੱਚ ਮੁੱਖ ਸਪੋਕਸਮੈਨ ਸਾਡੇ 5 ਹੀ ਸੀ, ਪਰ ਕੱਲ ਸਾਰੇ ਕਿਸਾਨ ਹੀ ਇਸ ਤੇ ਜਿਹੜੇ ਆਪਦੇ ਵਿਚਾਰ ਰੱਖੇ ਕਿਸਾਨਾਂ ਨੇ ਸਾਰਿਆਂ ਨੇ ਕਿ ਇਹਨਾਂ ਨੂੰ ਰੱਦ ਕੀਤਾ ਜਾਵੇ, ਇਹਦੇ ਤੋਂ ਉਰੇ ਕੋਈ ਗੱਲ ਨਹੀਂ। ਤਾਂ ਕੱਲ ਇੱਕ ਜਿਹੜੀ ਕਹਿ ਸਕਦੇ ਆ ਕਿ ਸਰਕਾਰ ਝੁਕੀ ਏ, ਕਿਸਾਨਾਂ ਦੀ ਇੱਕ ਜਿੱਤ ਹੋਈ ਹੈ ਜਿਹਨੂੰ ਕਿਹਾ ਜਾ ਸਕਦਾ। ਜਿਹੜੇ ਖਤਰਨਾਕ 5 ਬਿੱਲ ਨੇ ਖਤਰਨਾਕ, ਉਹਦੇ 'ਚ 2 ਜਿਹੜੇ ਵਾਪਸ ਲੈ ਗਏ ਨੇ, ਜਿਹਦੇ ਅਨੁਸਾਰ ਤੁਸੀਂ ਵੇਖਦੇ ਜੇ ਕਿ ਜਿਹੜਾ ਪਰਾਲੀ ਦਾ ਬਿੱਲ ਬੇਹੱਦ ਖਤਰਨਾਕ ਹੈ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਖੇਤੀਬਾੜੀ ਕਰਦੇ ਨੇ, ਉਹਦਾ ਜਿਹੜਾ ਵੇਸਟ ਹੁੰਦੀ ਪਰਾਲੀ, ਕਿਸਾਨ ਸਰਕਾਰ ਮੰਨੀ ਹੈ ਕਿ ਉਹਨੂੰ ਰੱਦ ਕਰਾਂਗੇ ਜਾਂ ਇਹ ਮੰਨੀ ਹੈ ਕਿ ਉਹ ਕਿਸਾਨ ਬਾਹਰ ਰਹਿਣਗੇ ਉਹ 'ਚੋਂ? ਨਹੀਂ, ਦੇਖੋ ਜੀ, ਉਹ ਇਹ ਮੰਨੀ ਗਏ ਉਹ ਰੱਦ ਬਿੱਲ, ਦੋਵੇਂ ਬਿੱਲ ਜਿਹਦੇ ਅਨੁਸਾਰ 5 ਸਾਲ ਦੀ ਕੈਦ ਹੋਣੀ ਸੀ ਕਿਸਾਨਾਂ ਨੂੰ ਤੇ 1 ਕਰੋੜ ਰੁਪਈਆ ਜੁਰਮਾਨਾ, ਉਹ ਰੱਦ ਕਰ ਦਿੱਤਾ ਗਿਆ। ਇੱਕ ਵੱਡੀ ਜਿੱਤ ਨੂੰ ਕਿਹਾ ਜਾ ਸਕਦਾ। ਦੂਸਰਾ ਬਿੱਲ ਜੋ ਬਿਜਲੀ ਬਿੱਲ 2020 ਸੀ, ਜਿਹਦੇ ਅਨੁਸਾਰ ਸਟੇਟ ਤੋਂ ਖੋ ਕੇ ਜਿਹੜਾ ਕੇਂਦਰ ਨੇ ਆਪਦੇ ਹੱਥ ਲੈਣਾ ਸੀ ਔਰ ਬਿਜਲੀ ਦਾ ਮੁਕੰਮਲ ਜਿਹੜਾ ਨਿੱਜੀਕਰਨ ਕੀਤਾ ਜਾਣਾ ਸੀ, ਉਹ ਵੀ ਰੱਦ ਕੀਤਾ ਗਿਆ। ਔਰ ਉਹਦੇ ਅਨੁਸਾਰ ਕੀ ਹੋਣਾ ਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਜਿਨ੍ਹਾਂ ਦੀ ਮੋਟਰਾਂ ਦੇ ਬਿੱਲ ਮਾਫ ਨੇ, ਸਬਸਿਡੀ ਮਿਲ ਰਹੀ ਹੈ, ਉਹ ਕੱਟੀ ਜਾਣੀ, ਬਿੱਲ ਲੱਗਣੇ ਸੀ, ਬਿਜਲੀ ਮਹਿੰਗੀ ਹੋਣੀ ਸੀ ਔਰ ਕਿਸਾਨਾਂ ਦੇ ਵੱਡੀ ਮਾਰ ਪੈਣੀ ਸੀ, ਉਹ ਰੱਦ ਹੋਇਆ। ਨਾਲ ਮਜ਼ਦੂਰ ਨੇ ਜਿਹੜੇ ਪਿੰਡਾਂ ਦੇ ਵਿੱਚ ਬੈਠੇ ਸਾਡੇ, ਉਹਨਾਂ ਨੂੰ 200 ਯੂਨਿਟ ਮਾਫ ਆ ਬਿਜਲੀ, ਉਹਨਾਂ ਦੀ ਬਚਤ ਹੋਈ ਹੈ, ਉਹਨਾਂ ਨੂੰ ਜਿਹੜੀ ਉਹ ਸਬਸਿਡੀ ਜਾਰੀ ਰਹੇਗੀ। ਔਰ ਵੱਡੀ ਜਿੱਤ ਅਗਲੀ ਜਿਹੜੀ ਹੈ MSP ਤੋਂ ਜਿਹੜਾ ਗਰੰਟੀ ਕਰਨ ਦਾ, ਉਹਦੇ ਤੇ ਚਰਚਾ ਚੱਲੀ ਪੂਰੀ। ਜਿਹੜਾ 3 ਬਿੱਲ ਬਾਕੀ ਨੇ, ਜਿਹੜੇ ਇੱਕ ਮੰਡੀ ਖਤਮ ਕਰਨ ਵਾਲਾ ਔਰ ਜਿਹੜੀ ਖਰੀਦ ਖਤਮ ਕਰਨ ਵਾਲਾ, ਉਹਦੇ ਤੇ ਚੱਲੀ ਜਿਹੜਾ ਕਿਸਾਨੀ ਨਾਲ ਸੰਬੰਧਿਤ ਹੈ। ਔਰ ਜਿਹੜਾ ਅਗਲਾ ਬਿੱਲ ਹੈ ਸਟੋਰ ਕਰਨ ਵਾਲਾ, ਜਿਹਦੇ ਅਨੁਸਾਰ ਕਾਰਪੋਰੇਟ ਘਰਾਣਿਆਂ ਨੂੰ ਖੁੱਲ੍ਹ ਦਿੱਤੀ ਜਾਣੀ ਸਟੋਰ ਕਰਨ ਦੀ, ਉਹ ਕਿਸਾਨ ਅਗਵਾਈ ਕਰ ਰਹੇ ਆ, ਅਸੀਂ ਲੜ ਰਹੇ ਆ, ਪਰ ਉਹ ਸਾਰੇ ਜਨਤਾ ਦੇ ਲਈ ਬਿੱਲ ਆ। ਜਿਵੇਂ ਤੁਸੀਂ ਵੇਖੋ, ਜਿਵੇਂ ਗੰਢੇ ਜੇ ਕਿਸਾਨ ਵੇਚਦੇ ਨੇ ਉਹ 5 ਰੁਪਏ ਵਿਕਦੇ ਨੇ, ਤਾਂ ਦੂਜੇ ਪਾਸੇ ਜਦੋਂ ਸ਼ਹਿਰ ਜਾ ਕੇ ਮੰਡੀ 'ਚ ਵਿਕਦੇ ਨੇ, ਉਹੀ ਜੇ ਮਹਾਰਾਸ਼ਟਰ ਦੇ ਕਿਸਾਨਾਂ ਨੂੰ 5 ਰੁਪਏ ਮਿਲਦੇ ਨੇ ਤੇ ਪੰਜਾਬ ਦੇ ਕਿਸਾਨ ਜਾਂ ਹੋਰ ਦੂਜੇ ਸਟੇਟਾਂ ਦੇ ਕਿਸਾਨਾਂ ਨੂੰ 70-80 ਰੁਪਏ ਦੇਣੇ ਪੈਂਦੇ ਨੇ। ਬਿਲਕੁਲ ਜੀ। ਕੱਲ ਜਦੋਂ ਤੁਸੀਂ ਮੀਟਿੰਗ ਹੋ ਗਈ, ਹੁਣ 2 ਫੈਸਲੇ ਆ ਗਏ, ਉਸ ਤੋਂ ਬਾਅਦ ਤੁਸੀਂ ਆਪਣਾ ਕੋਈ ਮੰਥਨ ਕੀਤਾ? ਤੁਹਾਡੀ ਮੀਟਿੰਗ ਹੋ ਗਈ ਆ? ਵੇਖੋ ਜੀ, ਇੱਕ ਤੇ ਜਿਹੜਾ ਕੱਲ ਹੀ ਅਸੀਂ ਸਰਕਾਰ ਨੇ ਅਪੀਲ ਕੀਤੀ ਸੀ ਕਿ ਜਿਹੜਾ ਤੁਸੀਂ ਟਰੈਕਟਰ ਮਾਰਚ ਕਰ ਰਹੇ ਆ ਉਹ ਫਿਰ ਦੂਜਾ ਰੋਕੋ ਨਾ, ਜਿਹੜਾ ਆਪਣੀ 4 ਤਰੀਕ ਦੀ ਮੀਟਿੰਗ ਜਿਹੜੀ ਦਿਓ ਸਾਨੂੰ, ਤਾਂ 4 ਤਰੀਕ ਦੀ ਮੀਟਿੰਗ ਆਪਾਂ ਦਿੱਤੀ ਸਰਕਾਰ ਨੂੰ, ਉਹਦੇ 'ਚ ਸਾਨੂੰ ਸੰਭਾਵਨਾ ਵੀ ਹੱਲ ਨਿਕਲੇਗਾ। ਟਰੈਕਟਰ ਜਿਹੜਾ ਮਾਰਚ ਕਰਨਾ ਸੀ ਉਹ ਪੋਸਟਪੋਨ ਕੀਤਾ ਗਿਆ ਉਦੋਂ ਤੱਕ। ਗਰਾਹਾਂ ਜਥੇਬੰਦੀ ਕਹਿ ਰਹੀ ਕਿ 2 ਤਰੀਕ ਨੂੰ ਅਸੀਂ ਜਿਹੜਾ ਆਪਣਾ ਪ੍ਰੋਗਰਾਮ ਆ ਉਹ ਜਾਰੀ ਰਹੂਗਾ, ਸਾਡਾ ਟਰੈਕਟਰ ਮਾਰਚ ਹੋਊਗਾ ਹਰਿਆਣੇ ਦੇ ਪਿੰਡਾਂ ਵਿੱਚ। ਉਹ ਦੇਖੋ ਜੀ, ਉਹ ਇਸ ਜਥੇਬੰਦੀਆਂ ਦੇ ਨਾਲ ਤਾਲਮੇਲਵਾ ਕਰਕੇ ਚੱਲਦੇ ਨੇ, ਉਹ ਆਪਦਾ ਇੰਡੀਪੈਂਡੈਂਟ ਆਜ਼ਾਦ ਵੀ ਕਰ ਸਕਦੇ ਨੇ ਤੇ ਉਹ ਕਰ ਸਕਦੇ ਨੇ, ਕੋਈ ਗੱਲ ਨਹੀਂ ਹੋਵੇ। ਜਨਤਾ ਨੂੰ ਜਿਹੜੇ ਕਿਸਾਨਾਂ ਦੇ ਵਿੱਚ ਮਾਰਚ ਕਰਨਾ, ਕਿਸਾਨਾਂ ਨੂੰ ਜਗਾਉਣਾ, ਤੇ ਉਹ ਹੋ ਹੀ ਸਕਦਾ ਹੈ। ਪਰ ਉਹਨਾਂ ਨੇ ਕਿਹਾ ਵੀ ਉਹ ਥੋੜਾ ਬਦਲਣਗੇ, ਜਿਸ ਤਰ੍ਹਾਂ ਤੁਸੀਂ ਰਿੰਗ ਦੀ ਤਰ੍ਹਾਂ ਕਰਨਾ ਸੀ ਉਹ, ਪਰ ਉੱਥੋਂ ਟਿਕਰੀ ਬਾਰਡਰ ਤੋਂ ਜਾ ਕੇ ਉਹਨਾਂ ਨੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਸ਼ਾਹਜਹਾਨਪੁਰ ਬਾਰਡਰ ਹੈ ਉੱਥੇ ਉਹਨੇ ਜਾਣਾ। ਹਾਂ, ਦੇਖੋ ਜੀ, ਉਹ ਸ਼ਾਹਜਹਾਨ ਵਾਲੇ ਜਿਹੜੇ 6 ਮੋਰਚੇ ਲੱਗੇ ਹੋਏ ਨੇ, ਉਹਦੇ 'ਚ ਸਾਡਾ ਇਹ ਵੀ ਰਿੰਗ ਰੋਡ ਦੇ ਉੱਤੇ ਮਾਰਚ ਕਰਕੇ ਅਸੀਂ ਇੱਕ ਦੂਜੇ ਤੋਂ ਮੋਰਚੇ ਤੋਂ ਦੂਜੇ ਤੱਕ ਜਾਣਾ ਹੈ। ਤਾਂ ਉਹ ਜੇ ਜਾਂਦੇ ਨੇ, ਉਹ ਕੋਈ ਗੱਲ ਨਹੀਂ, ਮਾਰਚ ਤੇ ਅਸੀਂ ਕਰ ਹੀ ਸਕਦੇ, ਤੇ ਸਾਡਾ ਸੰਵਿਧਾਨਕ ਅਧਿਕਾਰ ਹੈ, ਅੰਦੋਲਨ ਦਾ ਵੀ ਅਧਿਕਾਰ ਆ, ਇਹ ਕਰ ਰਹੇ ਆ। ਉਸੇ ਤਰ੍ਹਾਂ ਉਹ ਵੀ ਅਧਿਕਾਰ ਹੈ ਵੀ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਹੋ ਹੀ ਸਕਦਾ, ਕਰ ਹੀ ਸਕਦੇ ਨੇ ਉਹ। ਭਾਜੀ, ਖਬਰ ਇਹ ਵੀ ਨਿਕਲ ਕੇ ਬਾਹਰ ਆ ਰਹੀ ਹੈ ਕਿ ਕੁਝ ਜਥੇਬੰਦੀਆਂ ਸੋਧਾਂ ਤੇ ਸਹਿਮਤ ਹੋ ਰਹੀਆਂ ਨੇ, ਕੋਈ ਹੈ ਇਸ ਤਰ੍ਹਾਂ ਦੀ ਗੱਲਬਾਤ ਹੋਈ ਆ? ਵੇਖੋ ਜੀ, ਇਹ ਖਬਰ ਗਲਤ ਆ ਤੁਹਾਨੂੰ ਜਿੱਥੋਂ ਵੀ ਮਿਲੀ ਹੈ, ਕਿਉਂਕਿ ਪੰਜਾਬ ਦੀਆਂ, ਹਿੰਦੁਸਤਾਨ ਦੀਆਂ ਕੋਈ ਵੀ ਜਥੇਬੰਦੀਆਂ ਨੇ ਜਿਹੜੀਆਂ ਸੰਯੁਕਤ ਮੋਰਚੇ 'ਚ ਸ਼ਾਮਲ ਨੇ, ਪੰਜਾਬ ਦੀਆਂ 30 ਜਥੇਬੰਦੀਆਂ ਨੇ ਜਿਹੜੀਆਂ, ਉਹ 40 ਨੁਮਾਇੰਦੇ ਜਿਹੜੇ ਜਾਂਦੇ ਆ, ਉਹਦੇ ਨਾਲ ਜਿਹੜੇ ਸਪੋਰਟਿੰਗ ਨੁਮਾਇੰਦੇ ਆ ਸਾਰੇ, ਉਹਦੇ 'ਚੋਂ ਇੱਕ ਵੀ ਜਿਹੜਾ ਕਿਸਾਨ ਆਗੂ ਦਾ ਤੁਸੀਂ ਕਿਤੇ ਬਿਆਨ ਦੱਸ ਕੇ ਵਿਖਾ ਦਿਓ, ਚੁੱਕ ਕੇ ਵਿਖਾ ਦਿਓ ਵੀ ਸੋਧਾਂ ਦੇ ਸਹਿਮਤ ਨਹੀਂ, ਕੋਈ ਵੀ ਸਹਿਮਤ ਨਹੀਂਗਾ। ਸਿਰਫ ਵੀ ਇਹ ਰਿਪੀਲ ਕੀਤੇ ਜਾਣੀ ਚਾਹੀਦੇ ਨੇ ਬਿੱਲ। ਔਰ ਤੁਹਾਨੂੰ ਜਿਹੜੀ ਵੱਡੀ ਗੱਲ ਦੱਸਤੀ ਹੈ ਵੀ ਕੱਲ ਦੀ ਮੀਟਿੰਗ ਹੀ ਰਿਪੀਲ ਤੇ ਹੋਈ ਹੈ, ਕੋਈ ਵੀ ਕਿਸਾਨ ਆਗੂ ਇਹਦੇ ਤੇ ਸਹਿਮਤ ਨਹੀਂ ਹੈ। ਗਲਤ ਖਬਰ ਆ ਜਿੱਥੋਂ ਵੀ ਮਿਲ ਰਹੀ ਤੁਹਾਨੂੰ। ਬਿਲਕੁਲ ਜੀ। ਹੋਰ ਵੀ ਸਾਡੇ ਨਾਲ ਕਿਸਾਨ ਆਗੂ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹੁਣ ਜਿਹੜੀ 4 ਤਰੀਕ ਦੀ ਮੀਟਿੰਗ ਹੋਣੀ ਆ, ਉਹਦੇ ਵਿੱਚ ਕੀ ਕੁਝ ਹੋਣ ਵਾਲਾ, ਕਿਉਂਕਿ ਹਰ ਵਾਰ ਉਮੀਦਾਂ ਤੁਸੀਂ ਲੈ ਕੇ ਜਾ ਰਹੇ ਹੋ, 2021 ਆ ਜਾਣਾ ਤੇ ਉਮੀਦਾਂ ਨਵੀਆਂ ਹੋਣੀਆਂ, ਨਵਾਂ ਸਾਲ ਹੋਣਾ। ਵੇਖੋ, ਪਹਿਲੀ ਗੱਲ ਤੇ ਇਹ ਆ ਵੀ ਇਨਸਾਨ ਉਮੀਦਾਂ ਦੇ ਸਿਰ ਤੇ ਖੜਾ, ਉਮੀਦਾਂ ਦੇ ਸਿਰ ਤੇ ਇਹ ਅੰਦੋਲਨ ਅਸੀਂ ਲੜਿਆ ਔਰ ਉਸ ਅੰਦੋਲਨ ਦੇ ਫਲ ਸਰੂਪ ਆ ਕਿ ਅੱਜ 4 ਜਨਵਰੀ ਨੂੰ
ਜਿਹੜੀ ਮੀਟਿੰਗ ਦਿੱਤੀ ਆ ਸਰਕਾਰ ਨੇ ਮੀਟਿੰਗ ਦਿੱਤੀ ਆ ਉਹਦੇ ਵਿੱਚ ਇਹ ਦੋ ਗੱਲਾਂ ਦੇ ਉੱਤੇ ਹੁਣ ਮਤਲਬ ਜਿਹੜਾ ਫੈਸਲਾ ਹੋਣਾ, ਇੱਕ ਤੇ ਜਿਹੜੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਬਾਰੇ, ਇੱਕ ਜਿਹੜਾ MSP ਨੂੰ ਲੀਗਲਾਈਜ਼ ਕਰਨ ਬਾਰੇ, ਵੀ ਉਹਦੇ ਬਾਰੇ ਕਾਨੂੰਨ ਬਣਾਉਣ ਬਾਰੇ, ਵੀ ਸਾਰੇ ਦੇਸ਼ ਦੇ ਅੰਦਰ ਜਿਹੜਾ ਜਿੰਨੀਆਂ ਜਿੱਥਾ ਦਾ ਉਹ ਭਾਅ ਬਣਦੀ ਆ ਉਹਦੇ ਤੇ ਖਰੀਦਣ ਦਾ ਇੱਕ ਕਾਨੂੰਨ ਲਿਆਵੇ, ਵੀ ਉਹਦੀ ਖਰੀਦਣ ਦੀ ਗਰੰਟੀ ਕੀ ਹੋਊਗੀ। ਇਹਦੇ ਉੱਤੇ 4 ਜਨਵਰੀ ਨੂੰ ਸਾਡਾ ਜਿਹੜੀ ਆ ਗੱਲਬਾਤ ਹੋਵੇਗੀ। ਜਿਹੜੇ ਜੇ ਕਾਨੂੰਨ ਰੱਦ ਕਰ ਦਿੰਦੀ ਸਰਕਾਰ ਉਸ ਤੋਂ ਬਾਅਦ ਫਿਰ ਨਵੇਂ ਕਾਨੂੰਨ ਬਣੂਗੇ, ਉਹਦੇ ਵਿੱਚ ਕੋਈ ਉਹਦੇ ਲਈ ਵੀ ਤੁਹਾਡਾ ਗਾਉਂ ਪਲਾਨ ਹੈਗਾ ਕਿ ਉਹਦੇ ਵਿੱਚ ਉਹ ਕਾਨੂੰਨ ਕਿਸ ਤਰ੍ਹਾਂ ਹੋਣ, ਕਿਤੇ ਇਦਾਂ ਨਾ ਹੋਵੇ ਕਿ ਸਰਕਾਰ ਕਾਨੂੰਨ ਰੱਦ ਕਰ ਦੇਵੇ ਫਿਰ ਉਸ ਤਰ੍ਹਾਂ ਦੇ ਕਾਨੂੰਨ ਆ ਜਾਣ। ਵੇਖੋ ਸਾਡਾ ਮੁੱਢਲੀ ਗੱਲ ਇਹ ਆ ਵੀ ਇਹ ਅੰਦੋਲਨ ਜੇ ਕਾਨੂੰਨ ਰੱਦ ਹੁੰਦੇ ਆ ਤੇ ਸਾਡੇ ਇਸ ਗੱਲ ਦੀ ਪੁਸ਼ਟੀ ਆ ਵੀ ਖੇਤੀਬਾੜੀ ਰਾਜ ਸਰਕਾਰਾਂ ਦਾ ਵਿਸ਼ਾ ਹੈ, ਕੇਂਦਰ ਸਰਕਾਰ ਦਾ ਵਿਸ਼ਾ ਨਹੀਂਗਾ। ਇਹਨੇ ਗਲਤ ਕਾਨੂੰਨ ਬਣਾਏ ਆ, ਇਹਦੇ ਤੇ ਸਾਡਾ ਅੰਦੋਲਨ ਬੇਸਡ ਆ ਔਰ ਅਸੀਂ ਇਹਨਾਂ ਨੂੰ ਇਹ ਰੱਦ ਕਰਾਉਣ ਲਈ ਲੈ ਕੇ ਆਏ ਆ ਅੰਦੋਲਨ। ਔਰ ਸਰਕਾਰ ਹੁਣ ਕਾਨੂੰਨ ਬਣਾਉਣ ਤੋਂ ਪਹਿਲਾਂ 100 ਵਾਰੀ ਸੋਚੂ ਔਰ ਕਿਸਾਨ ਨੁਮਾਇੰਦਿਆਂ ਦੇ ਨਾਲ ਵੀ ਇਹ ਦੇਸ਼ ਦੇ ਅੰਦਰ ਗੱਲ ਕਰੇਗੀ ਔਰ ਫਿਰ ਇਹ ਕਾਨੂੰਨ ਕੋਈ ਖੇਤੀਬਾੜੀ ਤੇ ਲਿਆ ਸਕਦੀ ਆ, ਨਹੀਂ ਤਾਂ ਸਰਕਾਰ ਨੂੰ ਫਿਰ ਅੰਦੋਲਨ ਦਾ ਸਾਹਮਣਾ ਕਰਨਾ ਪਊ ਜੇ ਇਸ ਕਿਸਮ ਦੀ ਕੋਈ ਬੇਈਮਾਨੀ ਕਰੇਗੀ ਤੇ। ਭਾਜੀ ਇਹਨਾਂ ਕਾਨੂੰਨਾਂ ਦੇ ਵਿਰੁੱਧ ਪੰਜਾਬ ਸਰਕਾਰ ਨੇ ਆਪਣੇ ਕਾਨੂੰਨ ਪਾਸ ਕੀਤੇ, ਹੋਰ ਕਈ ਸੂਬਿਆਂ ਨੇ ਕਰਤੇ, ਇਹ ਕਾਨੂੰਨ ਰੱਦ ਹੋ ਗਏ, ਫਿਰ ਉਹਨਾਂ ਕਾਨੂੰਨਾਂ ਦਾ ਕੀ ਬਣੂਗਾ? ਉਹਨਾਂ ਨੇ ਹਜੇ ਇਹ ਸਟੇਟ ਦਾ ਮੁੱਦਾ ਵਾ, ਉਹਨਾਂ ਨੂੰ ਹੀ ਰਿਵੀਲ ਕਰੇ ਜਾਣੇ, ਉਹਦੇ ਵਿੱਚ ਵੀ ਹੀ ਅਮੈਂਡਮੈਂਟ ਕਿੰਨਾ ਉਹਨਾਂ ਨੇ ਪਹਿਲ ਕਦਮੀ ਕੀਤੀ ਪੰਜਾਬ ਸਰਕਾਰ ਨੇ, ਉਹਦੇ ਅਗੇਂਸਟ ਤੁਹਾਨੂੰ ਹੁਣ ਨਹੀਂ ਪਤਾ ਕੇਰਲਾ ਸਰਕਾਰ ਨੇ ਵੀ ਕੱਲ ਦੇ ਆਪਣੇ ਕਾਨੂੰਨ ਨਵਾਂ ਲੈਣ ਦਿੱਤਾ। ਉਹਦਾ ਜਿੰਨੇ BJP ਸਰਕਾਰ ਨੂੰ ਛੱਡ ਕੇ ਬਾਕੀ ਜਿੰਨੀਆਂ ਵੀ ਸਰਕਾਰਾਂ ਵਾ ਉਹਦਾ ਸਮਰਥਨ ਕਰ ਰਹੀਆਂ ਵਾ। ਮੈਂ ਤੁਹਾਡੇ ਰਾਹੀਂ ਮਹਾਰਾਸ਼ਟਰ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਵਾ ਕਿ ਉਹ ਵੀ ਸਟੈਪ ਚੁੱਕਣ ਤੇ ਉਹ ਵੀ ਇੱਕ ਸਭ ਤੋਂ ਵੱਡੀ ਸਟੇਟ MP ਤੋਂ ਬਾਅਦ ਉਹੀ ਆ ਜਿੰਨਾ ਕੋਲ ਸਭ ਤੋਂ ਜ਼ਿਆਦਾ MP ਆ, ਉਹ ਵੀ ਇਹ ਸਟੈਪ ਚੁੱਕਣ ਤੇ ਉਹ ਵੀ ਪਾਰਲੀਮੈਂਟ ਦੇ ਵਿੱਚ ਆਪਣੇ ਵਿਧਾਨ ਸਭਾ ਦੇ ਵਿੱਚ ਪਾਸ ਕਰਕੇ ਸਾਡੇ ਨਾਲ ਕਿਸਾਨਾਂ ਦਾ ਸਾਥ ਦੇਣ। ਪਰ ਮੇਰਾ ਸਵਾਲ ਹੋਰ ਸੀ, ਮੈਂ ਕਿਹਾ ਕੇਂਦਰ ਸਰਕਾਰ ਮੰਨ ਲਓ ਤੁਹਾਡੀਆਂ ਮੰਗਾਂ ਮੰਨ ਕੇ ਕਾਨੂੰਨ ਰੱਦ ਕਰ ਦਿੰਦੀ, ਜਿਹੜੇ ਰਾਜ ਸਰਕਾਰਾਂ ਕਾਨੂੰਨ ਲੈ ਕੇ ਆਈਆਂ ਫਿਰ ਉਹ ਕਾਨੂੰਨਾਂ ਦੇ ਉੱਪਰ ਤੁਹਾਡੀ ਸਹਿਮਤੀ ਆ? ਉਹਨਾਂ ਦੇ ਵਿੱਚ ਕੁਝ ਚੀਜ਼ਾਂ ਤੇ ਸਹਿਮਤੀ, ਉਹਨਾਂ ਨੇ ਇਹਨਾਂ ਨੂੰ ਰਿਫੀਲ ਕੀਤਾ ਵਾ, ਨਾ ਕਿ ਉਹਨਾਂ ਨੇ ਨਵੇਂ ਕਾਨੂੰਨ ਦਿੱਤੇ ਤੇ ਦਿੱਲੀ ਦੇ ਪੜ੍ਹ ਲਿਆ, ਉਹਨਾਂ ਨੂੰ ਇਹਨੂੰ ਖਾਰਜ ਕੀਤਾ ਵਾ, ਜਿਹੜੀ ਵਿੱਚ ਉਹਦੇ ਵਿੱਚ ਊਣਤਾਈਆਂ ਉਹ ਕੁਝ ਚੇਂਜ ਕੀਤੀਆਂ ਵਾ, ਬਾਕੀ ਉਹਨਾਂ ਨੂੰ ਕਰੈਕਸ਼ਨ ਨਹੀਂ ਖਾਰਜ ਕਰਕੇ ਉਹ ਆਪਣੇ ਵੀ ਕਾਨੂੰਨ ਲੈ ਕੇ ਆਏ ਨਾ। ਸਿਰਫ ਪੰਜਾਬ ਸਰਕਾਰ ਨੇ ਆਪਣੇ ਕਾਨੂੰਨ ਲੈ ਕੇ ਆਏ, ਦੂਸਰੇ ਨਹੀਂ ਕਾਨੂੰਨ ਕੋਈ ਵੀ ਆਪਣੀ ਸਟੇਟ ਲੈ ਕੇ ਆਈ। ਉਹਦੇ ਵਿੱਚ ਇੱਕ ਗੱਲ ਤੁਹਾਨੂੰ ਸਪਸ਼ਟ ਹੋਣੀ ਚਾਹੀਦੀ ਹੈ ਵੀ ਜਿਹੜਾ ਅਸੀਂ MSP ਨੂੰ ਲੀਗਲਾਈਜ਼ ਕਰਨਾ ਚਾਹੁੰਦੇ ਆ ਨਾ, ਇਹ ਹੀ ਰਾਜ ਸਰਕਾਰਾਂ ਵਾਸਤੇ ਵੱਡੀ ਚੁਣੌਤੀ ਬਣਿਆ ਵੀ ਪੰਜਾਬ ਸਰਕਾਰ ਨੇ ਵੀ ਜਿਹੜਾ ਕਾਨੂੰਨ ਪਾਸ ਕੀਤਾ ਮਤਲਬ ਉਹਦੇ 'ਚ ਖਰੀਦਣ ਦੀ ਗਰੰਟੀ ਵਾਲੀ ਗੱਲ ਸੀ, ਪਰ ਰਾਜ ਸਰਕਾਰਾਂ ਦੇ ਕੋਲ ਇੰਨਾ ਬਜਟ ਨਹੀਂਗਾ ਵੀ ਉਹ ਸਾਰਾ ਅਨਾਜ ਖਰੀਦ ਕੇ ਤੇ ਉਹਦੀ ਡਿਸਟ੍ਰੀਬਿਊਸ਼ਨ ਕਰ ਸਕਣ। ਉਹਦੇ ਵਾਸਤੇ ਇਸ ਕਰਕੇ ਜਦੋਂ ਤੋਂ ਦੇਸ਼ ਦੇ ਅੰਦਰ APMC ਮੰਡੀਆਂ ਬਣੀਆਂ, ਉਹਦੇ ਨਾਲ FCI ਬਣੀ ਆ, ਜਿਹੜੀ FCI ਦਾ ਕੰਮ ਹੈ ਉਹ ਕੰਮ ਹੀ ਹੈ ਵੀ ਉਹਨੇ ਅਨਾਜ ਖਰੀਦਣਾ। ਇਹੀ ਸਰਕਾਰ ਕੋਲੋਂ ਸਾਡੀ ਮੰਗ ਹੈ। ਰਾਜ ਸਰਕਾਰਾਂ ਜਿੰਨੇ ਮਰਜ਼ੀ ਕਾਨੂੰਨ ਬਣਾ ਲੈਣ ਪਰ ਉਹ ਕਾਨੂੰਨ ਤਾਂ ਹੀ ਇੰਪਲੀਮੈਂਟ ਹੋਣੇ ਆ ਜੇ ਸੈਂਟਰ ਦੀ ਕੋਈ ਏਜੰਸੀ ਜਿਸ ਤਰੀਕੇ ਨਾਲ ਅੱਗੇ FCI ਵਰਕ ਕਰਦੀ ਆ ਉਹ ਮੈਦਾਨ ਦੇ ਵਿੱਚ ਰਹੂਗੀ। ਜੇ FCI ਮੈਦਾਨ 'ਚ ਨਹੀਂ, ਅਸੀਂ ਕਿਉਂ ਮੰਗ ਕਰਦੇ ਹਾਂ ਵੀ MSP ਲੀਗਲਾਈਜ਼ ਕਰੋ? ਇਸ ਕਰਕੇ ਵੀ FCI ਨੂੰ ਤਾਂ ਬਾਜ਼ਾਰ 'ਚੋਂ ਬਾਹਰ ਕਰੀ ਜਾ ਰਹੇ ਆ, ਉਹਦੀ ਖਰੀਦਣ ਦੀ ਤਾਕਤ ਘਟਾਈ ਜਾ ਰਹੇ ਆ, ਰਾਜ ਸਰਕਾਰਾਂ ਤੇ ਜ਼ਿੰਮੇਵਾਰੀ ਸੁੱਟੀ ਜਾ ਰਹੀ ਹੈ। ਇਸ ਕਰਕੇ ਇਸ ਦੇਸ਼ ਦੇ ਅੰਦਰ ਵੱਡਾ ਮੁੱਦਾ ਇਹ ਆ ਪੰਜਾਬ ਹਰਿਆਣੇ ਤੇ ਵੈਸਟ UP ਨੂੰ ਛੱਡ ਕੇ ਵੀ ਜਿਹੜਾ ਬਾਕੀ ਦੇਸ਼ ਆ ਉਹਦੇ ਅੰਦਰ MSP ਦੇ ਉੱਤੇ ਖਰੀਦ ਦਾ ਕੋਈ ਸੰਵਿਧਾਨ ਹੀ ਨਹੀਂ ਹੈਗਾ, ਕੋਈ ਖਰੀਦਦਾ ਹੀ ਨਹੀਂਗਾ। ਇਸ ਕਰਕੇ ਜਿੰਨੇ ਸੂਬਿਆਂ 'ਚੋਂ ਬਾਹਰੋਂ ਕਿਸਾਨ ਸਾਡੇ ਅੰਦੋਲਨ 'ਚ ਆਏ ਆ ਉਹਨਾਂ ਦੀ ਸਭ ਤੋਂ ਵੱਡੀ ਮੰਗ ਇਹ ਆ ਕਿ ਸਾਡੀਆਂ ਫਸਲਾਂ ਵੀ ਪੰਜਾਬ ਦੇ ਮੰਡੀਕਰਨ ਵਾਂਗੂ ਵਿਕਣੀਆਂ ਚਾਹੀਦੀਆਂ। ਹੋਰ ਵੀ ਸਾਡੇ ਨਾਲ ਕਿਸਾਨ ਆਗੂ ਜੁੜੇ ਨੇ। ਸਵਾਮੀਨਾਥਨ ਜਿਹੜੀ ਕਮਿਸ਼ਨ ਦੀ ਰਿਪੋਰਟ ਆ ਉਹ ਬਹੁਤ ਅਹਿਮ ਆ, ਉਹਦੇ ਤੇ ਕੱਲ ਕਿੰਨੀ ਕੁ ਚਰਚਾ ਹੋਈ ਹੈ? ਨਹੀਂ ਜੀ, ਜੇ ਸਵਾਮੀਨਾਥਨ ਰਿਪੋਰਟ ਦੀ ਜੇ ਗੱਲ ਕਰੀਏ ਨਾ ਆਪਾਂ, ਉਹਦਾ ਤਾਂ ਕੋਈ ਤੋਕ ਹੀ ਨਹੀਂ ਵਿੱਚ ਰੱਖੀ ਗਈ। ਇਹਨਾਂ ਦਾ ਸਿੱਧਾ ਹੀ ਕਾਰਪੋਰੇਟ ਘਰਾਣੇ ਤੇ ਅਫਸਰਸ਼ਾਹੀ ਨਹੀਂ ਇਹ ਬਿੱਲ ਬਣਾਏ ਆ। ਨਹੀਂ, ਕਿਸਾਨਾਂ ਨੇ ਮੰਗ ਰੱਖੀ ਹੋਗੀ, ਕਿਸਾਨਾਂ ਦੀ ਬਹੁਤ ਪੁਰਾਣੀ ਮੰਗ ਆ ਸਵਾਮੀਨਾਥਨ ਕਮਿਸ਼ਨ ਰਿਪੋਰਟ ਲਾਗੂ ਕਰਨਾ। ਕੱਲ ਜਦੋਂ ਮੰਤਰੀਆਂ ਨਾਲ ਕਿਸਾਨ ਬੈਠੇ ਆ ਉਹ ਲਾਗੂ ਕਰਨ ਤੇ ਚਰਚਾ ਹੋਈ ਆ। ਉਹ ਨਹੀਂ ਜੀ, ਗੱਲ ਸੁਣੋ, ਇਹ ਗੱਲ ਜਿਹੜੀਆਂ ਹੁੰਦੀਆਂ ਸਵਾਮੀਨਾਥਨ ਦੀ ਜਿਹੜੀ ਰਿਪੋਰਟ ਜਦੋਂ ਤੋਂ ਬਣੀ ਆ ਕਿਸੇ ਸਰਕਾਰ ਨੇ ਵੀ ਲਾਗੂ ਕਰਨ ਦੀ ਉਹਨੂੰ ਕੋਸ਼ਿਸ਼ ਹੀ ਨਹੀਂ ਕੀਤੀ। ਕਾਰਨ ਇਹ ਹੋਰ ਹੈ ਵੀ ਜਿਹੜੀਆਂ ਇਹ ਜਿਵੇਂ FCI ਆ, ਪਰ ਦਿੱਲੀ ਸਰਕਾਰ ਕਹਿ ਰਹੀ ਅਸੀਂ ਉਹ ਸਿਫਾਰਸ਼ਾਂ ਲਾਗੂ ਕਰ ਰਹੀ ਹਾਂ। ਨਹੀਂ ਜੀ, ਇਹ ਐਵੇਂ ਸਭ ਸਟੰਟਬਾਜੀ ਹੈ, ਇਹ ਕੋਈ ਐਸੀ ਨਹੀਂ ਹੈ। ਪੰਜਾਬ ਸਰਕਾਰ ਨਾਲ ਜਿਸ ਤਰ੍ਹਾਂ ਪੰਜਾਬ ਸਰਕਾਰ ਤੇ ਸਭ ਤੋਂ ਵੱਧ ਜਿਹੜਾ ਹੈ ਪਹਿਲਾਂ FCI ਜਿੰਨਾ ਮਤਲਬ ਕਿ ਝੋਨਾ ਕਣਕ ਪੰਜਾਬੀ ਦੇ ਲਹਿਜੇ ਵਿੱਚ ਕਹਿੰਦੇ ਆ, ਜਿੰਨੀਆਂ ਵੀ ਆ ਝੋਨੇ ਕਣਕ ਤੋਂ ਬਿਨਾ ਹੋਰ ਕੋਈ ਫਸਲ ਪਰਚੇਜ ਨਹੀਂ ਕਰਦੀ FCI। ਪਰ ਇਹ ਕੀ ਆ ਜਿਹੜੇ MSP ਆ ਸਾਰੀਆਂ ਫਸਲਾਂ ਤੇ ਤੈਅ ਕੀਤੀ ਹੋਈ ਆ, ਪਰ ਸਾਰੀਆਂ ਦਾ ਮੰਡੀਕਰਨ ਨਹੀਂ ਹੈ।
ਪੰਜਾਬ ਦੇ ਵਿੱਚ ਵੀ ਪੂਰਾ ਮੰਡੀਕਰਨ ਨਹੀਂ ਹੈ। ਜਿਸ ਤਰ੍ਹਾਂ ਮੱਕੀ ਹੈ ਔਰ ਤੁਸੀਂ ਲਾ ਲਓ ਰਾਜਸਥਾਨ 'ਚ ਜਿਵੇਂ ਛੋਲਿਆਂ ਦਾ ਬੁਰਾ ਹਾਲ ਹੋਇਆ, ਹਰਿਆਣੇ ਦੇ ਵਿੱਚ ਸਰੋਂ ਦਾ ਬੁਰਾ ਹਾਲ ਹੋਇਆ, ਗਾਂ ਅੱਜ ਨਰਮੇ ਦਾ ਬੁਰਾ ਹਾਲ ਹੋ ਰਿਹਾ। ਇਹ ਜਿਹੜੀਆਂ ਗੱਲਾਂ ਹੈ ਸਿਰਫ ਜਦੋਂ ਤੁਸੀਂ ਕਿਸੇ ਚੀਜ਼ 'ਚ ਬਹਿੰਦੇ ਆ, ਆਪਾਂ ਇੱਕ ਮੀਡੀਆ ਤੇ ਥੋੜੀ ਗੱਲ ਰੱਖਦੇ ਆ, ਪਰ ਜੇ ਇੱਕ ਲੰਮੀ ਇੰਟਰਵਿਊ ਆ, ਜਿਹੜੇ ਬੰਦਿਆਂ ਨੂੰ ਸਾਰੀ ਨੌਲੇਜ ਰੱਖਣ ਵਾਲੇ ਆ, ਖੁਦ ਕਿਸਾਨੀ ਕਰਦੇ ਆ। ਮੈਂ ਆਪ ਮੰਡੀਕਰਨ ਬੋਰਡ ਤੋਂ ਨੌਕਰੀ ਛੱਡ ਕੇ ਕਿਸਾਨੀ ਕਰਦਾ, ਮੇਰੇ ਕੋਲੇ ਮਤਲਬ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੋਇਆ। ਇਹ ਨਹੀਂ ਗੱਲ ਹੈ ਵੀ ਸਾਨੂੰ ਸਭ ਕੁਝ ਪਤਾ ਹੈ, ਪਰ ਜੇਕਰ ਜਿਵੇਂ ਡੀਜ਼ਲ ਔਰ ਪੈਟਰੋਲ ਦੇ ਰੇਟ ਦਿਨ ਤੋਂ ਦਿਨ ਵੱਧਦੇ ਆ, ਇਸੇ ਤਰ੍ਹਾਂ ਹੀ ਆਟਾ ਔਰ ਜਿਹੜੇ ਆਪਣਾ ਮਤਲਬ ਚੌਲ ਆ ਜਾਂ ਬਾਸਪਤੀ ਚੌਲ ਆ, ਇਹਨਾਂ ਦੇ ਭਾਅ ਵੀ ਐਵੇਂ ਹੀ ਇਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਵਧਾਇਆ ਘਟਾਇਆ ਕਰਨਗੇ। ਸਰ ਤੁਸੀਂ ਹੁਣੇ ਪੁੱਛ MSP ਦਾ ਪੁੱਛਦੇ ਸੀ, ਸਰਕਾਰ ਨੇ ਜੋ ਕੀਤੀਆਂ ਨਾ ਅਪਲਾਈ, ਉਹ A2 ਦੇ ਗੇਨ ਕੀਤੀਆਂ। ਅਸੀਂ ਮੰਗਦੇ C2 ਜੋ ਸਵਾਮੀਨਾਥਨ ਜੀ ਨੇ ਕਿਹਾ ਸੀ ਵੀ ਜਿੰਨੀ ਵੀ ਲਾਗਤ ਹੈ ਉਹਦਾ 1.5 ਗੁਣਾ ਪ੍ਰੋਫਿਟ ਕਿਸਾਨ ਨੂੰ ਦਿੱਤਾ ਜਾਵੇ, ਉਹ C2 ਤੇ ਗੱਲ ਕਰਨ ਨੂੰ ਤਿਆਰ ਨਹੀਂ ਸੀ। ਕੱਲ ਜਦੋਂ ਉੱਥੇ ਗੱਲ ਹੋਈ ਸੀ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡਾ 17 ਲੱਖ ਰੁਪਈਆ ਖਰਚਾ ਆਏਗਾ, ਜਿੰਨੀ ਵੀ ਚੀਜ਼ ਜਿੰਸ ਪੈਦਾ ਹੁੰਦੀ ਪੂਰੇ ਦੇਸ਼ 'ਚ 17 ਲੱਖ। ਫਿਰ ਉੱਤੇ ਉਹਨਾਂ ਨੂੰ ਦੱਸਿਆ ਗਿਆ ਵੀ 17 ਲੱਖ ਨੂੰ ਤੁਸੀਂ 17 ਲੱਖ ਦੀ ਜੋ ਵੀ ਫਸਲ ਹੋਗੀ ਉਹਨੂੰ ਤੁਸੀਂ ਵੇਚਣਾ ਵਾ, ਉਹ 'ਚ ਸਿਰਫ ਤੁਸੀਂ 3 ਲੱਖ ਸਬਸਿਡੀ ਦੇਣੀ ਹੈ। ਤੇ ਸੈਂਟਰ ਗਵਰਨਮੈਂਟ ਲਈ 3 ਲੱਖ ਰੁਪਈਆ ਕੱਢਣਾ ਕੋਈ ਮੁਸ਼ਕਲ ਵਾਲੀ ਗੱਲ ਨਹੀਂ ਹੈਗੀ। ਇਸੇ ਲਈ ਉਹਨੂੰ ਦੱਸਿਆ ਗਿਆ ਵਾ ਵੀ ਤੁਸੀਂ ਉਹ ਸਾਨੂੰ 3 ਲੱਖ ਕਿੱਦਾਂ ਉਹ ਸਮਝਾਓ ਵੀ ਜੇ 17 ਲੱਖ ਰੁਪਏ ਦੀ ਸਾਰੀ ਖਰੀਦ ਲਈ ਤੇ ਉਹ 17 ਲੱਖ ਦੀ ਖਰੀਦ ਲਈ, ਉਹਨੂੰ ਜਦੋਂ ਸੇਲ ਕਰਾਂਗੇ ਉਹਦੇ ਵਿੱਚੋਂ ਆਪਾਂ ਨੂੰ ਅਕਸਰ ਤੋਂ ਮਾਰਕੀਟ ਦੇ ਵਿੱਚ ਵੇਚੀ ਜਾਣੀ ਹੈ ਨਾ, ਉਹਨੂੰ ਮਾਰਕੀਟ ਦੇ ਵਿੱਚ ਵੇਚਾਂਗੇ ਤਾਂ 14 ਲੱਖ ਰੁਪਏ ਦੀ ਵਿੱਚ 14 ਲੱਖ ਰੁਪਏ ਦੇ ਆਪਾਂ ਨੂੰ ਪ੍ਰੋਫਿਟ ਹੋ ਜਾਣਾ। 3 ਲੱਖ ਰੁਪਏ ਸਰਕਾਰ ਨੂੰ ਆਪਣੇ ਕੋਲ ਰਿਬੇਟ ਦੇਣੀ ਪੈਣੀ ਹੈ ਬਸ ਉਹਦੇ ਵਿੱਚ। ਇਹਦੇ ਬਾਰੇ ਕਲੈਰੀਫਿਕੇਸ਼ਨ ਇਹ ਆ ਵੀ 17 ਲੱਖ ਨਹੀਂ 17 ਲੱਖ ਕਰੋੜ ਰੁਪਈਆ 17 ਲੱਖ ਕਰੋੜ ਰੁਪਈਆ ਸਾਨੂੰ ਸਾਰੇ ਦੇਸ਼ ਦੇ ਅੰਦਰ ਇਹ MSP ਦੇ ਖਰੀਦਣ ਵਾਸਤੇ ਚਾਹੀਦਾ। ਔਰ ਜਦੋਂ ਸਰਕਾਰ ਉਹਨੂੰ ਖਰੀਦ ਕੇ ਦੁਬਾਰਾ ਬਾਜ਼ਾਰ ਦੇ ਅੰਦਰ ਲੋਕਾਂ ਨੂੰ ਵੇਚੂ, ਖਪਤਕਾਰਾਂ ਨੂੰ ਵੇਚੂ, ਉਹਨੂੰ ਬਾਹਰ ਇੱਕ ਗੱਲ ਇਹਦੇ ਵਿੱਚ ਹੋਰ ਸਵਾਲ ਉੱਠਦਾ, ਕਿਉਂਕਿ ਸਾਰੀ ਫਸਲ ਤਾਂ ਕਿਸਾਨ ਨੇ ਸਰਕਾਰ ਨੇ ਨਹੀਂ ਖਰੀਦਣੀ, ਵਿੱਚੋਂ ਪ੍ਰਾਈਵੇਟ ਵੀ ਅਦਾਰੇ ਖਰੀਦਣਗੇ। ਜੇ ਉਹਨਾਂ ਨੂੰ ਵੀ ਉਹਨਾਂ ਤੇ ਵੀ ਤੈਅ ਹੋਵੇ ਕਿ ਉਹ ਵੀ MSP ਤੋਂ ਘੱਟ ਨਹੀਂ ਖਰੀਦ ਸਕਦੇ, ਸਰਕਾਰੀ ਸਾਰੀ ਫਸਲ ਤਾਂ ਖਰੀਦਣੀ ਨਹੀਂ ਸਰਕਾਰ ਨੇ ਨਾ। ਸਵਾਲ ਸਮਝ ਲਿਆ ਸਾਡਾ। ਇਹ ਜਿਹੜਾ ਅਸੀਂ ਆਨੇ ਆ ਵੀ MSP ਤੇ ਲੀਗਲਾਈਜ਼ ਕਰੋ, ਉਹਦਾ ਮਤਲਬ ਹੀ ਇਹ ਆ ਵੀ ਸਰਕਾਰ ਕਾਨੂੰਨ ਬਣਾਵੇ ਵੀ ਕੋਈ ਵੀ ਵਪਾਰੀ ਜਾਂ ਪ੍ਰਾਈਵੇਟ ਆ ਜਾਂ ਸਰਕਾਰ ਉਹ ਇਹਦੀ ਜਿਹੜੀ ਸਰਕਾਰੀ ਕੀਮਤ MSP ਆ ਉਹਦੇ ਤੋਂ ਥੱਲੇ ਨਹੀਂ ਖਰੀਦ ਸਕਦੀ। ਇਸ ਕਰਕੇ ਲੀਗਲਾਈਜ਼ ਆਨੇ ਨੇ ਵੀ ਕਾਨੂੰਨ ਬਣਾਓ, ਕਾਨੂੰਨ ਦੇ ਅੰਦਰ ਲਿਆਓ ਇਹਨੂੰ। ਪਰ ਮੇਰਾ ਸਵਾਲ ਪਹਿਲਾਂ ਸੀਗਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੇ ਕੱਲ ਚਰਚਾ ਹੋਈ ਅੰਦਰ, ਕੋਈ ਚਰਚਾ ਨਹੀਂ ਜੀ। ਅੱਜ ਸਾਡਾ ਅੰਦੋਲਨ ਸਿਰਫ ਤੇ ਸਿਰਫ ਜਿਹੜਾ ਕੇਂਦਰ ਸਰਕਾਰ ਨੇ ਸਾਡੇ ਸਿਰ ਤੇ ਨਵਾਂ ਇੱਕ ਬੋਝ ਸੁੱਟਿਆ, ਜਿਹੜੀ ਸਾਡੀ ਖੇਤੀ ਕਿਸਾਨ ਮਾਰੂਗਾ, ਉਹਨਾਂ ਬਿੱਲਾਂ ਦੇ ਉੱਤੇ ਅਸੀਂ ਚਰਚਾ ਕਰ ਰਹੇ ਹਾਂ। ਸਵਾਮੀਨਾਥਨ ਕਮਿਸ਼ਨ ਦੀ ਲੜਾਈ ਜਿਹੜੀ ਆ ਸਾਡੀ ਲੰਮੇ ਸਮੇਂ ਤੋਂ ਜਾਰੀ ਆ, ਉਹ ਅਸੀਂ ਲੜਾਂਗੇ ਕਿਉਂਕਿ ਅੱਜ ਉਹ ਬਾਅਦ ਚ ਹੋਊਗੀ। ਅਜੇ ਤਾਂ ਇਸ ਵੇਲੇ ਲੜਾਈ ਤੁਹਾਡੀ ਮੰਗਾਂ 'ਚ ਨਹੀਂ ਹੈਗੀ ਸਵਾਮੀਨਾਥਨ? ਬਿਲਕੁਲ ਨਹੀਂ। ਸਾਡੇ 8 ਮੰਗਾਂ ਦਾ ਡਿਮਾਂਡ ਚਾਰਟਰ ਹੈ, ਉਹਦੇ ਵਿੱਚ 3 ਖੇਤੀਬਾੜੀ ਕਾਨੂੰਨ ਨੂੰ ਰਿਪੀਲ ਕਰਨ ਬਾਰੇ। ਪਰ ਇੱਕ ਸਵਾਲ ਇਹ ਵੀ ਉੱਠ ਰਿਹਾ ਕਿ ਕੋਈ ਲੋਕ ਕਹਿ ਰਹੇ ਆ ਕਿ ਸਵਾਮੀਨਾਥਨ ਜਿਹੜੀ ਕਮਿਸ਼ਨ ਦੀ ਰਿਪੋਰਟ ਆ ਉਹਨੂੰ ਪਿਛਾਂਹ ਕੀਤਾ ਜਾ ਰਿਹਾ। ਪਿਛਾਂਹ ਕੋਈ ਨਹੀਂਗਾ। ਸਵਾਲ ਇਹ ਵੀ ਜੇ ਸਾਡੀ ਜ਼ਮੀਨ ਬਚੇਗੀ, ਜੇ ਜ਼ਮੀਨ ਤੇ ਪੈਦਾਵਾਰ ਕਰਾਂਗੇ, ਉਹਨੂੰ ਖਰੀਦਣ ਦੀ ਗਾਰੰਟੀ ਕਰਾਂਗੇ, ਫਿਰ ਉਹਦੇ ਲਾਹੇਵੰਦ ਭਾਅ ਦੀ ਵੀ ਗੱਲ ਕਰਾਂਗੇ। ਜੇ ਇਸ ਵੇਲੇ ਸਵਾਲ ਤੇ ਵੀ ਸਾਡੀ ਜ਼ਮੀਨ ਨੂੰ ਖਤਰਾ ਪੈਦਾ ਹੋ ਗਿਆ, ਕਾਰਪੋਰੇਟ ਘਰਾਣੇ ਸਾਡੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ, ਲੱਗਦੇ ਹੱਥ ਸਾਰਾ ਕੁਝ ਹੁਣੇ ਹੋ ਜਾਵੇ, ਨਹੀਂ ਹੋ ਸਕਦਾ। ਐਡੇ ਨਹੀਂ ਹੋ ਸਕਦਾ। ਜੇ ਅੰਦੋਲਨ ਜਿਹੜਾ ਉਹਦੀ ਇੱਕ ਸੀਮਾ ਹੁੰਦੀ ਆ, ਸਮਰੱਥਾ ਹੁੰਦੀ ਆ, ਉਹਦੇ ਮੁਤਾਬਕ ਉਹ ਲੜਿਆ ਜਾਂਦਾ। ਔਰ ਜਦੋਂ ਫਿਰ ਲੜਾਂਗੇ, ਅਸੀਂ ਇਹ ਛੱਡਿਆ ਤਾਂ ਨਹੀਂਗਾ। ਜਿਹੜੀਆਂ ਆਉਣ ਵਾਲੀਆਂ ਦੇਸ਼ ਦੇ ਅੰਦਰ ਸਰਕਾਰਾਂ ਬਣਨਗੀਆਂ, ਜਿੱਦਾਂ BJP ਨੇ ਝੂਠ ਬੋਲ ਕੇ 2014 ਦੇ ਅੰਦਰ ਵੀ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ, ਉਹ ਮੁੜ ਕੇ ਸੁਪਰੀਮ ਕੋਰਟ ਦੇ ਅੰਦਰ ਜਾ ਕੇ ਐਫੀਡੇਵਿਟ ਦਿੰਦੇ ਵੀ ਅਸੀਂ ਇਹ ਲਾਗੂ ਨਹੀਂ ਕਰ ਸਕਦੇ ਕਿਉਂਕਿ ਦੇਸ਼ ਦੇ ਅੰਦਰ ਜਿਹੜਾ ਖਪਤਕਾਰਾਂ ਉਹਨਾਂ ਤੇ ਬਹੁਤ ਗਲਤ ਦਲੀਲਾਂ ਦਿੱਤੀਆਂ। ਅਸੀਂ ਜਿਹੜੀ ਆਉਣ ਵਾਲੇ ਦੇਸ਼ ਦੀ ਰਾਜਨੀਤੀ ਆ, ਤੁਸੀਂ ਦੇਖੋਗੇ ਇਸ ਅੰਦੋਲਨ ਤੋਂ ਬਾਅਦ ਜੇ ਸਰਕਾਰ ਨੇ ਕਹਿਤਾ ਸੁਪਰੀਮ ਕੋਰਟ ਨੂੰ ਅਸੀਂ ਲਾਗੂ ਨਹੀਂ ਕਰਾਂਗੇ ਕਿ ਕਿਸਾਨ ਸਵਾਮੀਨਾਥਨ ਦੀ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਅਦਾਲਤ 'ਚ ਜਾ ਸਕਦੇ ਆ ਇਹਨਾਂ ਕਾਨੂੰਨਾਂ ਤੋਂ ਅਲੱਗ, ਕਿਉਂਕਿ ਇਹ ਤਾਂ ਸਰਕਾਰ ਨਾਲ ਲੜਾਈ ਚੱਲਦੀ ਪਈ ਆ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣ ਲਈ ਕਿਸਾਨ ਜਥੇਬੰਦੀਆਂ ਜਾ ਸਕਦੀਆਂ ਅਦਾਲਤ ਵਿੱਚ? ਦੇਖੋ, ਅਦਾਲਤਾਂ ਦਾ ਜੋ ਇਸ ਦੇਸ਼ ਦੇ ਅੰਦਰ ਜਿਸ ਕਿਸਮ ਦਾ ਸਿਸਟਮ ਚੱਲ ਰਿਹਾ, ਅਸੀਂ ਕਹਿ ਨਹੀਂ ਸਕਦੇ ਕਿ ਅਦਾਲਤਾਂ ਦੇ ਵਿੱਚੋਂ ਸਾਨੂੰ ਇਨਸਾਫ ਮਿਲ ਜੇ, ਕਿਉਂਕਿ ਅਦਾਲਤਾਂ ਦੇ ਜਿਸ ਤਰੀਕੇ ਦੀ ਕਾਰਜ ਪ੍ਰਣਾਲੀ ਅੱਜ ਉਹਦੇ ਤੋਂ ਸ਼ੱਕ ਦੇ ਘੇਰੇ 'ਚ ਆ। ਇਸ ਕਰਕੇ ਕਿਸਾਨ ਜਥੇਬੰਦੀਆਂ ਉਦਾਂ ਦੇ ਅੰਦੋਲਨ ਕਰਨ ਦੀ ਵੀ ਲੋੜ ਨਹੀਂ। ਜੇ ਸਾਡੇ ਦੇਸ਼ ਦੀ ਜਿਹੜੀ ਜੁਡੀਸ਼ਰੀ ਪ੍ਰਣਾਲੀ ਸਹੀ ਰੂਪ 'ਚ ਕੰਮ ਕਰੇ ਤੇ ਸਾਨੂੰ ਅੰਦੋਲਨ ਕਰਨ ਦੀ ਲੋੜ ਨਹੀਂ, ਕਿਉਂਕਿ ਸਾਡੇ ਸੰਵਿਧਾਨ ਦੇ ਤਹਿਤ ਇਹ ਵਿਸ਼ਾ
ਅੱਛਾ ਹੀ ਸੈਂਟਰ ਸਰਕਾਰ ਕੋ ਨਹੀਂ ਹੈਗਾ, ਕਾਨੂੰਨ ਬਣਾ ਹੀ ਨਹੀਂ ਸਕਦੀ। ਸੁਪਰੀਮ ਕੋਰਟ 2 ਦਿਨ ਦੇ ਅੰਦਰ ਨੋਟਿਸ ਲੈ ਕੇ ਸੂਓ ਮੋਟੋ ਦਾ ਨੋਟਿਸ ਲੈ ਕੇ ਇਹਦੇ ਤੇ ਫੈਸਲਾ ਕਰ ਸਕਦੀ ਹੈ। ਇਹ ਦੇਸ਼ ਦੇ ਅੰਦਰ ਸੁਪਰੀਮ ਕੋਰਟ ਨੂੰ ਪਤਾ ਨਹੀਂ ਲੱਗ ਰਿਹਾ ਵੀ 4-5 ਮਹੀਨੇ ਤੋਂ ਅੰਦੋਲਨ ਕਰ ਰਹੇ ਕਿਸਾਨ ਰੇਲਾਂ ਤੇ ਬੈਠੇ, ਸੜਕਾਂ ਤੇ ਬੈਠੇ ਆ, ਔਰ ਜਿਹੜੀ ਹੁਣ ਪਟੀਸ਼ਨ ਗਈ ਆ ਉਹਦੇ ਉੱਤੇ ਇਹਨਾਂ ਮਤਲਬ ਕੀਤਾ ਇਸ਼ਾਰਾ ਵੀ ਇਹ ਦੇਸ਼ ਦਾ ਅੰਦੋਲਨ ਬਣ ਜਾ ਰਿਹਾ, ਇਸ ਅੰਦੋਲਨ ਨੂੰ ਦੂਸਰੇ ਅੰਦੋਲਨਾਂ ਵਾਂਗੂ ਨਾ ਵੇਖਿਆ ਜਾਵੇ। ਸਰਕਾਰ ਇਹਦੇ ਬਾਰੇ ਕੁਝ ਸੋਚੇ, ਮਤਲਬ ਉਹਨਾਂ ਨੇ ਇਨਡਾਇਰੈਕਟ ਵੇ ਸਰਕਾਰ ਨੂੰ ਕਿਹਾ ਵੀ ਉਹ ਸੋਚੇ, ਪਰ ਜੇ ਉਹ ਆਪ ਇਹਦੇ ਤੇ ਨੋਟਿਸ ਲੈ ਕੇ ਆਪ ਇਸ ਅੰਦੋਲਨ ਦੇ ਬਾਰੇ ਸਿੰਸੀਅਰਲੀ ਕੋਈ ਫੈਸਲਾ ਕਰਨ ਤਾਂ ਕਿ ਇਹ ਕਈ ਚਿਰ ਦਾ ਅੰਦੋਲਨ ਮੁੱਕ ਸਕਦਾ ਸੀ। ਬਿਲਕੁਲ ਜੀ, ਤੋਂ ਬਹੁਤ ਅਹਿਮ ਗੱਲਾਂ ਇਹਨਾਂ ਨੇ ਸਾਂਝੀਆਂ ਕੀਤੀਆਂ ਨੇ ਕਿ ਕੱਲ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਕੀ ਹੋਇਆ। ਕੁਝ ਗੱਲਾਂ ਜਿਹੜੀਆਂ ਕੱਲ ਬਾਹਰ ਨਹੀਂ ਨਿਕਲ ਕੇ ਆਈਆਂ ਸੀ, ਅੱਜ ਇਹਨਾਂ ਨੇ ਬਾਹਰ ਕੱਢੀਆਂ, ਅੱਜ ਦੱਸੀਆਂ ਨੇ। ਤੇ ਕੱਲ ਹੁਣ ਜਿਹੜੀ ਇਹਨਾਂ ਨੇ ਮੰਥਨ ਕਰਨਾ ਹੈ ਕਿਸਾਨ ਜਥੇਬੰਦੀਆਂ ਦੇ ਅੱਜ 2 ਵਜੇ ਕਿਸਾਨ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋਣੀ ਹੈ ਉਹਦੇ ਵਿੱਚ ਅਗਲੀ ਜਿਹੜੀ ਮੀਟਿੰਗ ਹੋਣੀ ਹੈ ਅਗਲੇ ਸਾਲ, ਮੈਂ ਕਹਾਂਗਾ ਅਗਲੇ ਸਾਲ 2021 ਵਿੱਚ ਜਿਹੜੀ ਮੀਟਿੰਗ ਹੋਣੀ ਹੈ 4 ਜਨਵਰੀ ਨੂੰ, ਉਹਦੇ ਵਿੱਚ ਕੀ ਕੁਝ ਰੱਖਣਾ ਹੈ ਸਰਕਾਰ ਦੇ ਸਾਹਮਣੇ, ਕਿਉਂਕਿ ਕਾਫੀ ਕੁਝ ਕਲੀਅਰ ਹੈ ਕਿ ਇਹਨਾਂ ਨੇ ਕੀ ਰੱਖਣਾ ਹੈ। 3 ਕਾਨੂੰਨ ਰੱਦ ਕਰਾਉਣਾ ਹੀ ਮੁੱਖ ਮੰਗ ਹੈ, ਹੋਰ ਵੀ ਇਹਨਾਂ ਨੇ ਆਪਣੇ ਤੌਰ ਤੇ ਚਰਚਾ ਕਰਨੀ ਹੈ। 2 ਵਜੇ ਮੀਟਿੰਗ ਹੈ, ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨਗੇ ਕਿਸਾਨ, ਤੇ ਉਹਦੇ ਵਿੱਚ ਕਈ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ। ਤਦ ਤੱਕ ਤੁਸੀਂ ਬਣੇ ਰਹੋ TV NRI ਦੇ ਨਾਲ। ਕੈਮਰਾਮੈਨ ਜਸਵਿੰਦਰ ਸਿੰਘ ਮਾਲਰੀ ਦੇ ਨਾਲ ਇੰਦਰਜੀਤ ਸਿੰਘ ਚਾਲ, NRI ਮੀਡੀਆ, ਸਿੰਘੂ ਬਾਰਡਰ, ਦਿੱਲੀ।